ਅਦਰਵਾਈਜ਼ ਸਾਰੇ ਬੱਚਿਆਂ ਨੂੰ ਰਿਕੁਐਸਟ ਹੈ ਕਿ ਆਪਣੇ ਜਿਹੜੇ ਮਾਈਕ ਹੈ ਉਹ ਮਿਊਟ ਰੱਖਿਓ, ਕਿਉਂਕਿ ਫਿਰ ਡਿਸਟਰਬੈਂਸ ਬੜੀ ਹੁੰਦੀ ਆ। ਇਸ ਕਰਕੇ ਇਸ ਚੀਜ਼ ਦਾ ਪੂਰਾ ਖਿਆਲ ਰੱਖਿਓ। ਥੈਂਕ ਯੂ। ਓਕੇ ਸਰ। ਹਾਂਜੀ, ਥੈਂਕ ਯੂ ਕਮਲਜੀਤ ਸਰ। तो जिन्ने भी विद्यार्थी प्रेजेंट ने इस क्लास दे विच सारे विद्यार्थियों ਨੂੰ मैं दस देना चाहता कि ਜਦੋਂ क्लास ਆਪਾਂ शुरू करन जा रहे हैं ਹੁਣ ਤੇ ਕੁਝ ਹੋ ਸਕਦਾ ਹੈ ਕਿਉਂਕਿ ਜ਼ੂਮ ਕਲਾਸ ਹੈ ਆਨਲਾਈਨ ਆਪਾਂ ਲੈ ਰਹੇ ਹਾਂ ਕਲਾਸ ਔਰ ਇਹਦੇ ਦੌਰਾਨ ਕੁਝ ਡਿਸਟਰਬੈਂਸਸ ਵੀ ਹੋ ਸਕਦੀਆਂ ਨੇ, ਕਨੈਕਟੀਵਿਟੀ ਦੀ ਪ੍ਰੋਬਲਮ ਵੀ ਹੋ ਸਕਦੀ ਹੈ। ਲੇਕਿਨ ਸਾਰੇ ਬੱਚਿਆਂ ਨੇ ਆਪਣੇ ਆਪ ਨੂੰ ਮਿਊਟ ਤੇ ਰੱਖਣਾ ਹੈ ਔਰ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਹੈ ਉਹ ਡਿਸਟਰਬੈਂਸ ਜਾਂ ਕੋਈ ਸਵਾਲ ਵਿੱਚ ਨਹੀਂ ਪੁੱਛਣਾ। ਜਦੋਂ ਵੀ ਆਪਾਂ ਕਲਾਸ ਸ਼ੁਰੂ ਕਰਨੀ ਹੈ ਤੁਹਾਡੇ ਨਾਲ ਸਕਰੀਨ ਸ਼ੇਅਰ ਕੀਤੀ ਜਾਏਗੀ ਔਰ ਇਹ ਕਲਾਸ ਜਿਹੜੀ ਹੈ ਸਪੈਸ਼ਲੀ ਫॉर 10th ਕਲਾਸ ਔਰ ਮੈਪ ਦਾ ਜਿਹੜਾ ਕੰਮ ਹੈ, ਨਕਸ਼ੇ ਦਾ ਕੰਮ ਹੈ, ਉਹ ਅਸੀਂ ਇਹਦੇ ਵਿੱਚ ਅੱਜ ਕਰਾਂਗੇ, ਸ਼ੁਰੂਆਤ ਕਰਾਂਗੇ। ਔਰ ਜੋ ਵੀ ਤੁਹਾਡੀਆਂ ਸਮੱਸਿਆਵਾਂ ਹੋਣ ਉਹਨਾਂ ਨੂੰ ਸਾਰੇ ਬੱਚੇ ਜਿਹੜੇ ਆਪਣੀ ਕਾਪੀ ਦੇ ਉੱਪਰ ਨੋਟ ਕਰ ਲੈਣਗੇ ਔਰ ਬਾਅਦ ਵਿੱਚ ਜਿਹੜਾ ਹੈ ਇਸ ਨੂੰ ਸ਼ੇਅਰ ਕਰਾਂਗੇ। ਤੋ ਕਿਸੇ ਵੀ ਤਰ੍ਹਾਂ ਦਾ ਜਿਹੜਾ ਮੈਪ ਦੇ ਨਾਲ ਰਿਲੇਟਡ ਕੋਈ ਸਵਾਲ ਅਗਰ ਕਰਦੇ ਕਰਦੇ ਆਉਂਦਾ ਹੈ ਤਾਂ ਉਹਨੂੰ ਬੇਟੇ ਨੋਟ ਕਰੀ ਜਾਣਾ ਹੈ ਤੁਸੀਂ ਔਰ ਜਦ ਕਲਾਸ ਦੇ ਐਂਡ ਦੇ ਵਿੱਚ ਅਸੀਂ ਉਹਦੇ ਬਾਰੇ ਜਿਹੜਾ ਹੈ ਡਿਸਕਸ ਕਰਾਂਗੇ। ਤੋ ਹੁਣ ਅਗਰ ਤੁਹਾਡੇ ਕੋਲ ਇੱਕ ਜਿਹੜੀ ਮੈਂ ਗੱਲ ਹੋਰ ਦੱਸਣਾ ਚਾਹੁੰਦਾ, ਅਗਰ ਤੁਹਾਡੇ ਕੋਲ ਕੋਈ ਮੈਪ ਹੈਗਾ ਆ, ਭਾਰਤ ਦਾ ਮੈਪ ਪਿਆ ਹੋਇਆ, ਤੇ ਉਹਨੂੰ ਤੁਸੀਂ ਕੋਲ ਰੱਖ ਲਓ ਤਾਂ ਜੋ ਅਗਰ ਤੁਸੀਂ ਦੇਖਣਾ ਹੋਵੇ ਨਾਲ ਟੈਲੀ ਕਰਕੇ ਤਾਂ ਉੱਥੋਂ ਵੀ ਤੁਸੀਂ ਦੇਖ ਸਕਦੇ ਹੋ ਉਸਨੂੰ। ਔਰ ਦੂਸਰੀ ਗੱਲ ਜਿਹੜੀ ਮੈਂ ਇੱਕ ਹੋਰ ਕਹਿਣਾ ਚਾਹੁੰਦਾ ਕਿ ਆਪਣੀਆਂ ਜਿਹੜੀਆਂ ਵੀਡੀਓਜ਼ ਤੁਸੀਂ ਜਿਹੜੀਆਂ ਨੇ ਉਹ ਆਫ ਕਰ ਦਿਓ, ਵੀਡੀਓ ਬੰਦ ਕਰ ਦਿਓ ਆਪਣੀਆਂ। ਵੀਡੀਓ ਆਪਾਂ ਮਤਲਬ ਕਿ ਇੱਕ ਦੂਸਰੇ ਦੇ ਨਾਲ ਜਿਹੜੀ ਹੈ ਗੱਲਬਾਤ ਕਰਨ ਦੀ ਕੋਈ ਉਹ ਨਹੀਂ ਹੈ, ਤੋ ਤੁਸੀਂ ਆਪਣੀ ਵੀਡੀਓ ਬੰਦ ਰੱਖ ਸਕਦੇ ਹੋ। ਵੀਡੀਓ ਬੰਦ ਰੱਖਣ ਦੇ ਨਾਲ ਤੁਹਾਨੂੰ ਇਹ ਫਾਇਦਾ ਹੋਏਗਾ ਕਿ ਤੁਹਾਡੀ ਜਿਹੜੀ ਇੰਟਰਨੈਟ ਦੀ ਕਨੈਕਟੀਵਿਟੀ ਹੈ ਉਹ ਸਟਰੋਂਗ ਰਹੇਗੀ, ਉਹ ਕਮਜ਼ੋਰ ਨਹੀਂ ਹੋਵੇਗੀ। ਹੈਲੋ ਹੈਲੋ, ਹਾਂਜੀ। ਤੋ ਕਲਾਸ ਸ਼ੁਰੂ ਕਰਨ ਜਾ ਰਹੇ ਆਪਾਂ। ਤੋ ਸਾਹਮਣੇ ਤੁਹਾਡੇ ਇਸ ਕੰਪਿਊਟਰ ਸਕਰੀਨ ਤੇ ਜੋ ਹੈ ਇੱਕ ਸਕਰੀਨ ਸ਼ੇਅਰ ਕੀਤੀ ਜਾ ਰਹੀ ਹੈ ਔਰ ਉਸ ਸਕਰੀਨ ਦੇ ਉੱਪਰ ਤੁਸੀਂ ਜਿਹੜਾ ਹੈ ਧਿਆਨ ਦੇ ਨਾਲ ਦੇਖਣਾ ਹੈ ਔਰ ਸਾਰਾ ਹੀ ਜਿਹੜਾ ਸਾਡਾ ਹੁਣ ਇਸ ਤੋਂ ਬਾਅਦ ਡਾਇਲੌਗ ਹੈ ਜਾਂ ਜੋ ਵੀ ਮੈਂ ਬੋਲਾਂਗਾ ਇਹਦੇ ਨਾਲ ਹੀ ਰਿਲੇਟਡ ਹੋਏਗਾ। ਔਰ ਆਪਣੀ ਸਕਰੀਨ ਨੂੰ ਜਿੰਨੀ ਦੇਰ ਤੱਕ ਇਹ ਕਲਾਸ ਚੱਲਦੀ ਹੈ ਬੜੇ ਧਿਆਨ ਦੇ ਨਾਲ ਦੇਖਣਾ ਹੈ। ਅੱਜ ਜਿਹੜਾ ਅਸੀਂ ਕਰਨ ਜਾ ਰਹੇ ਹਾਂ ਭਾਰਤ ਦਾ ਨਕਸ਼ਾ ਔਰ ਕੁਝ ਮੁੱਢਲੀਆਂ ਜਿਹੜੀਆਂ ਨੇ ਜਾਣਕਾਰੀਆਂ ਉਹਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ, ਕਿਉਂਕਿ ਨਕਸ਼ਾ ਭਰਨ ਦੇ ਲਈ ਕੁਝ ਗੱਲਾਂ ਜਿਹੜੀਆਂ ਨੇ ਬਹੁਤ ਜ਼ਰੂਰੀ ਹੈਗੀਆਂ ਨੇ ਜਿਨ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਤੋ ਸਭ ਤੋਂ ਪਹਿਲਾਂ ਮੈਂ ਦੇਖਣਾ ਚਾਹਾਂਗਾ ਕਿ ਸਾਹਮਣੇ ਸਾਡੇ ਇੱਕ ਮੈਪ ਸਾਰਿਆਂ ਨੂੰ ਦਿਖਾਈ ਦੇ ਰਿਹਾ ਹੋਣਾ ਆ। ਤੋ ਕੋਈ ਦੱਸ ਸਕਦਾ ਹੈ ਕਿ ਇਹ ਕਿਹੜੇ ਦੇਸ਼ ਦਾ ਨਕਸ਼ਾ ਹੈ? बांग्लादेश। ਕਿਹੜਾ ਦੇਸ਼ ਹੈ? बांग्लादेश। ਹੋਰ ਕੋਈ? पश्चिमी बंगाल। ਹਾਂਜੀ पश्चिमी बंगाल। बांग्लादेश। ਹਾਂਜੀ, ਬਿਲਕੁਲ ਸਹੀ ਹੈ। ਇਹ ਅਗਰ ਨਕਸ਼ਾ ਦੇਖੋ, ਇਹਦਾ ਮਤਲਬ ਇਹ ਹੈ ਕਿ ਅਸੀਂ ਜਿਹੜੇ ਬੱਚਿਆਂ ਨੇ ਵੀ ਇਹਦਾ ਜਵਾਬ ਦਿੱਤਾ ਆ ਉਹਨਾਂ ਨੇ ਇੰਡੀਆ ਦਾ ਨਕਸ਼ਾ ਜਿਹੜਾ ਹੈ ਪੂਰੀ ਤਰ੍ਹਾਂ ਜਿਹੜਾ ਹੈ ਦੇਖਿਆ ਹੋਇਆ। ਅਗਰ ਇਹ ਨਕਸ਼ਾ ਆਪਾਂ ਭਾਰਤ ਦਾ ਜਿਹੜਾ ਨਾ ਦੇਖਿਆ ਹੁੰਦਾ ਤੇ ਸਾਨੂੰ ਕਈ ਤਰ੍ਹਾਂ ਦਾ ਜਿਹੜਾ ਇਹਦੇ ਵਿੱਚ ਭੁਲੇਖਾ ਪੈ ਸਕਦਾ ਸੀ। ਔਰ ਇਹ ਮਿਲਦਾ ਜੁਲਦਾ ਕਾਹਦੇ ਨਾਲ ਹੈ? ਇੱਦਾਂ ਲੱਗਦਾ ਹੈ ਜਿਵੇਂ ਕਿ ਸਾਡੇ ਇੰਡੀਆ ਦਾ ਨਕਸ਼ਾ ਹੋਵੇ ਔਰ ਇਹਦੇ ਵਿੱਚ ਯਾਨੀ ਕਿ ਕੁਝ ਜਿਹੜੀਆਂ ਨੇ ਚੀਜ਼ਾਂ ਜ਼ਰੂਰੀ ਨਕਸ਼ੇ ਦੇ ਵਿੱਚ ਜਦੋਂ ਅਸੀਂ ਨਕਸ਼ਾ ਕਰਨਾ ਹੁੰਦਾ ਆ ਉਹਦੇ ਵਿੱਚ ਜਿਹੜੀਆਂ ਜ਼ਰੂਰੀ ਚੀਜ਼ਾਂ ਨੇ ਉਹ ਇਹ ਨੇ
कि ਜਦੋਂ ਵੀ ਅਸੀਂ ਨਕਸ਼ਾ ਦੇਖਣਾ ਹੈ, ਜਦੋਂ ਸਾਡੇ ਕੋਲ ਕੋਈ ਨਕਸ਼ਾ ਆਂਦਾ ਹੈ ਤਾਂ ਅਸੀਂ ਨਕਸ਼ੇ ਦੇ ਉੱਪਰ ਕਾਲਪਨਿਕ ਤੌਰ ਤੇ ਦੋ ਜਿਹੜੀਆਂ ਨੇ ਲਕੀਰਾਂ ਆਪਾਂ ਲਗਾ ਲੈਣੀਆਂ ਨੇ, ਉੱਪਰ ਤੋਂ ਨੀਚੇ ਨੂੰ ਇਸ ਤਰ੍ਹਾਂ ਔਰ ਸੱਜੇ ਤੋਂ ਖੱਬੇ। ਹੁਣ ਇਹ ਲਕੀਰਾਂ ਦਾ ਕੀ ਫਾਇਦਾ ਹੈ? ਜਿਹੜੀ ਸਿੱਧੀ ਆਪਾਂ ਉੱਪਰ ਤੋਂ ਨੀਚੇ ਨੂੰ ਲਕੀਰ ਲਗਾਈ ਹੈ, ਇਹ ਸਾਨੂੰ ਦਿਸ਼ਾਵਾਂ ਜਿਹੜੀਆਂ ਨੇ ਉਹ ਦੱਸਦੀ ਹੈ। ਉੱਪਰ ਕੀ ਹੈ? ਨਾਰਥ ਹੈ ਔਰ ਨੀਚੇ ਕੀ ਹੈ? ਸਾਊਥ ਹੈ। ਇਸੇ ਤਰ੍ਹਾਂ ਹੀ ਸੱਜੇ ਪਾਸੇ ਜੋ ਹੈ ਨੁੱਕਰ ਉਹ ਈਸਟ ਹੋਏਗਾ ਔਰ ਖੱਬੇ ਪਾਸੇ ਜੋ ਹੈ ਉਹ ਵੈਸਟ ਹੋਏਗਾ। ਤੋ ਇਸ ਤਰ੍ਹਾਂ 4 ਦਿਸ਼ਾਵਾਂ ਜਿਹੜੀਆਂ ਨੇ ਉਹ ਸਾਨੂੰ ਨਕਸ਼ੇ ਦੀਆਂ ਜਿਹੜੀਆਂ ਪਤਾ ਲੱਗ ਜਾਣਗੀਆਂ। ਤੋ ਉਸ ਤੋਂ ਬਾਅਦ ਨਕਸ਼ੇ ਨੂੰ ਬਾਈਫਰਕੇਟ ਕਰਨਾ ਸੌਖਾ ਹੋਵੇਗਾ ਔਰ ਸਾਨੂੰ ਜਿਹੜਾ ਹੈ ਨਕਸ਼ੇ ਦੇ ਨਾਲ ਰਿਲੇਟਡ ਕਿਸੇ ਵੀ ਜਗ੍ਹਾ ਤੇ ਕੋਈ ਚੀਜ਼ ਦੱਸਣੀ ਹੈ ਤਾਂ ਸਾਨੂੰ ਪਤਾ ਹੋਏਗਾ ਕਿ ਭਾਰਤ ਦੇ ਜਾਂ ਕਿਸੇ ਹੋਰ ਨਕਸ਼ੇ ਦੇ ਕਿਹੜੀ ਸਾਈਡ ਤੇ ਪੈਂਦੀ ਹੈ। ਹੁਣ ਜਿਹੜੀ ਨਾਰਥ ਤੋਂ ਸਾਊਥ ਤੱਕ ਦੀ ਜਿਹੜੀ ਆਪਾਂ ਲਕੀਰ ਖਿੱਚੀ ਹੈ, ਇਹਦੇ ਸੱਜੇ ਪਾਸੇ ਜਿੰਨਾ ਵੀ ਏਰੀਆ ਪੈਂਦਾ ਹੈ ਸਾਰਾ ਈਸਟ ਦਾ ਹੈ ਔਰ ਇਹਦੇ ਖੱਬੇ ਪਾਸੇ ਜਿੰਨਾ ਵੀ ਖੇਤਰ ਹੈ ਸਾਰਾ ਵੈਸਟ ਦਾ ਖੇਤਰ ਹੈ, ਪੱਛਮੀ ਖੇਤਰ ਹੈ। ਇਸੇ ਤਰ੍ਹਾਂ ਖੱਬੇ ਪਾਸੇ ਤੋਂ ਸੱਜੇ ਪਾਸੇ ਨੂੰ ਜਿਹੜੀ ਆਪਾਂ ਲਕੀਰ ਖਿੱਚੀ ਹੈ ਵੈਸਟ ਤੋਂ ਈਸਟ ਤੱਕ, ਇਹਦੇ ਉੱਪਰਲਾ ਜਿਹੜਾ ਹਿੱਸਾ ਹੈ ਉਹ ਸਾਰਾ ਨਾਰਥ ਹੋਏਗਾ ਯਾਨੀ ਕਿ ਉੱਤਰ, ਔਰ ਇਸ ਤੋਂ ਨੀਚੇ ਵਾਲਾ ਹਿੱਸਾ ਜਿਹੜਾ ਉਹ ਸਾਰਾ ਸਾਊਥ ਹੋਏਗਾ ਯਾਨੀ ਕਿ ਦੱਖਣ ਹੋਏਗਾ। ਤੋ ਇਹਨਾਂ ਚੀਜ਼ਾਂ ਦਾ ਜਿਹੜਾ ਸਾਨੂੰ ਪਤਾ ਲੱਗ ਜਾਏਗਾ ਅਗਰ ਅਸੀਂ 4 ਜਿਹੜਾ ਹੈ ਉਹ ਲਕੀਰਾਂ ਜਿਹੜੀਆਂ ਨੇ ਉਹ ਪਾ ਲਵਾਂਗੇ ਤਾਂ। ਸੋ ਅੱਗੇ ਚੱਲਦੇ ਆਪਾਂ। ਇਹ ਨਕਸ਼ੇ ਦੀ ਪਹਿਚਾਣ ਉਹਨਾਂ ਬੱਚਿਆਂ ਨੇ ਜਲਦੀ ਕਰ ਲਈ ਜਿਹੜੇ ਕਿ ਭਾਰਤ ਦੇ ਨਕਸ਼ੇ ਤੋਂ ਜਾਣੂ ਨੇ, ਕਿਉਂਕਿ ਬਹੁਤ ਸਾਰੇ ਹੋਰ ਵੀ ਬੱਚੇ ਜਿਹੜੇ ਨੇ ਉਹ ਕਈ ਵਾਰੀ ਇਹਨੂੰ ਭਾਰਤ ਦੇ ਨਕਸ਼ੇ ਦੇ ਨਾਲ ਜਿਹੜਾ ਹੈ ਰਿਜ਼ੈਂਬਲ ਕਰਦੇ ਨੇ, ਕਿਉਂਕਿ ਇਹਦੇ ਵਿੱਚੋਂ ਵੀ ਆ ਦੇਖੋ ਇੱਥੇ ਲਕੀਰ ਜਿਹੜੀ ਹੈ ਜਾ ਰਹੀ ਹੈ। ਤੋ ਅੱਗੇ ਆਪਾਂ ਚੱਲਦੇ ਹਾਂ। ਇਹ ਹੈ ਅਸਲ ਵਿੱਚ ਭਾਰਤ ਦਾ ਨਕਸ਼ਾ। ਤੋ ਜਦੋਂ ਵੀ ਅਸੀਂ ਭਾਰਤ ਦਾ ਨਕਸ਼ਾ ਦੇਖਦੇ ਹਾਂ ਤਾਂ ਇਹਦੇ ਵਿਚਕਾਰੋਂ ਦੀ ਇੱਕ ਇਹ ਰੇਖਾ ਨਿਕਲ ਰਹੀ ਹੈ। ਤਾਂ ਬੇਟੇ ਕੋਈ ਦੱਸ ਸਕਦਾ ਹੈ ਕਿ ਇਸ ਰੇਖਾ ਦਾ ਕੀ ਨਾਮ ਹੈ? ट्रॉपिकल ऑफ कैंसर। ट्रॉपिकल कैंसर। ਹਾਂਜੀ ਬਿਲकुल ठीक है। ਇਹਦਾ ਨਾਮ ਹੈ ਕਰਕ ਰੇਖਾ। कर्क रेखा। ਔਰ ਇਸ ਨੂੰ ਟ੍ਰੋਪਿਕ ਆਫ ਕੈਂਸਰ ਵੀ ਬੋਲਿਆ ਜਾਂਦਾ ਹੈ। ਤੋ ਇਹ ਰੇਖਾ ਜਿਹੜੀ ਹੈ ਸਾਡੇ ਦੇਸ਼ ਦੇ ਅੰਦਰ ਜਿੰਨੀਆਂ ਵੀ ਛੋਟੇ ਛੋਟੇ ਰਾਜ ਬਣੇ ਨੇ ਇਹ 8 ਰਾਜਾਂ ਦੇ ਵਿੱਚੋਂ ਦੀ ਹੋ ਕੇ ਲੰਘਦੀ ਹੈ। ਔਰ ਨਕਸ਼ਾ ਜਿਹੜਾ ਹੁੰਦਾ ਹੈ ਇਹ ਮੁੱਖ ਤੌਰ ਤੇ 2 ਤਰ੍ਹਾਂ ਦਾ ਹੁੰਦਾ ਹੈ। ਜਿਹੜਾ ਆਪਾਂ ਨਕਸ਼ਾ ਹੁਣ ਦੇਖ ਰਹੇ ਹਾਂ ਇਹ ਭੌਤਿਕ ਨਕਸ਼ਾ ਹੈ। ਹੁਣ ਇਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਭੌਤਿਕ ਨਕਸ਼ੇ ਦੇ ਵਿੱਚ ਔਰ ਰਾਜਨੀਤਿਕ ਨਕਸ਼ੇ ਦੇ ਵਿੱਚ ਕੀ ਅੰਤਰ ਹੁੰਦਾ ਹੈ। ਤੋ ਇਹ ਜਿਹੜਾ ਸਾਡੇ ਸਾਹਮਣੇ ਨਕਸ਼ਾ ਦਿਖਾਈ ਦੇ ਰਿਹਾ ਹੈ ਇਹ ਭਾਰਤ ਦਾ ਨਕਸ਼ਾ ਹੈ ਔਰ ਭਾਰਤ ਦੇ ਨਾਲ ਜਿਹੜੇ ਦੇਸ਼ ਲੱਗਦੇ ਨੇ ਉਹਨਾਂ ਦੀ ਵੀ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ। ਤੋ ਇਹ ਜਿਹੜਾ ਨਕਸ਼ਾ ਹੈ ਭਾਰਤ ਦਾ ਹੈ। ਤੋ ਬੇਟੇ ਹੁਣ ਜਿੱਥੇ ਮੈਂ ਨਿਸ਼ਾਨੀ ਲਗਾਵਾਂਗਾ ਜਾਂ ਮੇਰਾ ਕਰਸਰ ਜਿੱਥੇ ਜਾਏਗਾ ਉੱਥੇ ਬੱਚਿਆਂ ਨੇ ਦੱਸਣਾ ਹੈ ਕਿ ਇਹ ਕਿਹੜਾ ਕਿਹੜਾ ਦੇਸ਼ ਪੈਂਦਾ ਹੈ। ਇਹ ਤਾਂ ਹੈ ਭਾਰਤ ਔਰ ਇੱਥੇ ਜਿੱਥੇ ਹੁਣ ਲੇਜ਼ਰ ਜਾ ਰਹੀ ਹੈ ਲਾਈਟ, ਕੋਈ ਬੱਚਾ ਦੱਸ ਸਕਦਾ ਹੈ ਕਿਹੜਾ ਦੇਸ਼ ਹੈ? पाकिस्तान। पाकिस्तान सर, पाकिस्तान। ठीक है पाकिस्तान है। और इस तो आगे केड़ा देश है इत्थे? अफगानिस्तान। अफगानिस्तान। अफगानिस्तान है अफगानिस्तान। भारत के नक्शे दे बिल्कुल ऊपर इस स्थान पे आ चाइना। 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 चाइना सर, चाइना। बिल्कुल ठीक है। चीन सर, बहुत बड़ा देश है। हुन चीन दे नीचे ही भारत दी है जिहड़ी बाजू जा रही है नेपाल। नेपाल। बिल्कुल ठीक है नेपाल। और नेपाल ਦੇ ਅੱਗੇ ਤੁਸੀਂ ਦੇਖੋ ਇੰਨਾ ਛੋਟਾ ਜਿਹਾ ਇੱਕ ਖੇਤਰ ਹੈ ਜਿਹੜਾ ਕਿ ਭੂਟਾਨ ਅੱਗੇ ਇੱਕ ਛੋਟਾ ਜਿਹਾ ਦੇਸ਼ ਸ਼ੁਰੂ ਹੁੰਦਾ ਹੈ। ਇਸ ਦੇਸ਼ ਦਾ ਕੀ ਨਾਮ ਹੈ? ਭੂਟਾਨ। ਠੀਕ ਹੈ। ਔਰ ਭਾਰਤ ਦੇ ਬਿਲਕੁਲ ਪੂਰਬ ਵਾਲੇ ਪਾਸੇ ਇਸ ਸਾਈਡ ਤੇ ਕਿਹੜਾ ਦੇਸ਼ ਹੈ? मलयालम।
बहुत सारे बच्चे इत्थे आके जिहड़ा रुक जाते हैं, क्योंकि सानू बाकी सारे देश जिहड़े साडे पड़ोसी ने उन्हां दी जानकारी हुंदी है, लेकिन पूर्व वाला जिहड़ा इह वाला हिस्सा आ, इन्ना हिस्सा जिथे मैं कर्सर जिहड़ा लैके जा रहा, बच्चे ये बड़े ध्यान दे नाल सारे ने देखना कि ये हिस्सा दी जानकारी है। और ये जिहड़ा देश है ਇਹਦਾ नाम मैनू हजे तक सही बच्चे किसी बच्चे ने सही नहीं दसिया। बिल्कुल ठीक है, ये है म्यांमार। हिंदी च म्यांमार बोलते हैं और पंजाबी च इनू मनमार भी बोलिया जाता है। ये मनमार है इस देश का नाम। ਇਹਦੇ ਨਾਲ ਸਾਡੇ ਭਾਰਤ ਦੇ ਅੰਦਰ ਤੱਕ ਇਹ ਜਾਂਦਾ ਹੈ ਦੇਸ਼ ਜਿੱਥੇ ਹੁਣ ਕਰਸਰ ਜਾ ਰਿਹਾ। ਇਹ ਕਿਹੜਾ ਦੇਸ਼ ਹੈ? बांग्लादेश सर, बांग्लादेश। ਹੁਣ ਦੇਖੋ ਇਹ ਕਿਹੜਾ ਦੇਸ਼ ਹੈ ਥੱਲੇ? श्रीलंका सर, श्रीलंका। वेरी गुड, श्रीलंका सर, सारिਆਂ ਨੂੰ पता है मेरे ख्याल श्रीलंका। और ये है भारत के कुछ गुआंढी मुल्क जिन्हों के भारत के नाम ने सारे। और इस ਤੋਂ ਇਲਾਵਾ ਸਾਡੇ ਭਾਰਤ ਦਾ ਜਿਹੜਾ ਦੱਖਣੀ ਹਿੱਸਾ ਆ, ਜਿਵੇਂ ਕਿ ਹੁਣੇ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਜਦੋਂ ਅਸੀਂ 3 ਹਿੱਸਿਆਂ ਦੇ ਵਿੱਚ ਵੰਡ ਦਿੰਨੇ ਆ, 2 ਹਿੱਸੇ ਜਦੋਂ ਕਰ ਦਿੰਨੇ ਆ ਇਸ ਤਰ੍ਹਾਂ ਬਿਲਕੁਲ ਵਿਚਕਾਰੋਂ ਔਰ ਉੱਪਰ ਤੋਂ ਨੀਚੇ ਨੂੰ, ਤਾਂ ਇਸ ਲਕੀਰ ਤੋਂ ਉੱਪਰਲਾ ਜਿਹੜਾ ਹਿੱਸਾ ਹੈ ਇਹ ਸਾਰਾ ਉੱਤਰੀ ਭਾਰਤ ਹੋਏਗਾ। ਕਿਹੜਾ ਹੋਏਗਾ? ਉੱਤਰੀ ਭਾਰਤ। ਤਾਂ ਨੀਚੇ ਵਾਲਾ ਜਿਹੜਾ ਹਿੱਸਾ ਹੈ ਇਹ ਸਾਰੇ ਨੂੰ ਅਸੀਂ ਦੱਖਣੀ ਭਾਰਤ ਆਖਦੇ ਹਾਂ। ਔਰ ਇਸ ਜਿਹੜੀ ਲਕੀਰ ਆਪਾਂ ਖਿੱਚੀ ਹੈ, ਇਸ ਲਕੀਰ ਤੋਂ ਜਿਹੜਾ ਸੱਜੇ ਪਾਸੇ ਵਾਲਾ ਹਿੱਸਾ ਹੈ ਭਾਰਤ ਦਾ ਸਾਰਾ ਖੇਤਰ, ਇਹ ਕਿਹੜਾ ਹੋਏਗਾ? ਪੂਰਬੀ ਖੇਤਰ। ਇਹ ਪੂਰਬੀ ਭਾਰਤ ਹੋਏਗਾ। ਔਰ ਇਹਦੇ ਖੱਬੇ ਪਾਸੇ ਜਿਹੜਾ ਹਿੱਸਾ ਜਿੰਨਾ ਵੀ ਪੈਂਦਾ ਹੈ ਇਹ ਕਿਹੜਾ ਭਾਰਤ ਹੋਏਗਾ? ਪੱਛਮੀ ਖੇਤਰ। ਠੀਕ ਹੈ, ਇਹ ਪੱਛਮੀ ਭਾਰਤ ਹੋਏਗਾ। तो इस तरह ਆਪਾਂ ਦੇਖਦੇ ਹਾਂ ਕਿ ਇਹਨਾਂ ਦੇ ਨਾਲ ਸਾਨੂੰ ਦਿਸ਼ਾਵਾਂ ਦਾ ਜਿਹੜਾ ਹੈ ਪੂਰਾ ਗਿਆਨ ਹੋ ਜਾਂਦਾ ਹੈ। और यार सर ने ना मीटिंग ब्लॉक कर दी है। सर ने सन बच्चा सर कहते हुन कोई भी बच्चा मीटिंग है यानी कि दक्षिणी ज्वाइन नहीं कर सकता, खेतर है। करती हूं जिन्ने बच्चे नाल नीले रंग का जो नजर आ रहा है वो सारा ही पानी का खेतर है। और ये असल विच 3 सागर ने ਜਿਹੜੇ ਕਿ ਮਿਲਦੇ ਪਏ ਨੇ। और ਹੁਣ ਤੁਸੀਂ ਦੱਸਣਾ ਹੈ ਮੈਨੂੰ ਕਿ ਜਿੱਥੇ ਇਹ ਮੇਰਾ ਕਰਸਰ ਹੈ ਇੱਥੇ ਕਿਹੜਾ ਸਾਗਰ ਪੈਂਦਾ ਹੈ? अरब सागर, सागर, अर्ध महासागर। हाँ जी बिल्कुल सही है। ये हिंद महासागर, हिंद महासागर। और हिंद महासागर तो बाद ਇੱਥੇ ਜਿਹੜਾ ਕਰਸਰ अरब सागर, अरब सागर, अरब सागर जी, अरब सागर। और इस साइड से बंगाल दी खाड़ी, बंगाल दी खाड़ी सर, बंगाल दी खाड़ी है। ਜਦੋਂ ਅਸੀਂ ਇਹ ਸਾਰੇ ਦੇਸ਼ਾਂ ਦੀ ਗਿਣਤੀ ਕਰਦੇ ਹਾਂ ਤਾਂ ਅਸੀਂ ਉਹਨਾਂ ਦੇਸ਼ਾਂ ਦੀ ਗਿਣਤੀ ਕਰੀਏ ਕਿ ਜਿਹੜੇ ਜਿਨ੍ਹਾਂ ਦੀ ਸੀਮਾ ਸਾਡੇ ਦੇਸ਼ ਦੇ ਨਾਲ ਲੱਗਦੀ ਹੈ। ਕਿ ਤੁਸੀਂ ਦੱਸ ਸਕਦੇ ਹੋ ਕਿ ਕਿੰਨੇ ਦੇਸ਼ ਨੇ ਜਿਨ੍ਹਾਂ ਦੀ ਸੀਮਾ, ਜਿਨ੍ਹਾਂ ਦਾ ਬਾਰਡਰ ਸਾਡੇ ਦੇਸ਼ ਦੇ ਨਾਲ ਲੱਗ ਰਿਹਾ? देखो पाकिस्तान, नेपाल, पाकिस्तान, नेपाल, गिनती करो। बांग्लादेश, म्यांमार, 2 3 4 5 6 सर जी 6 सर जी 7 7 ध्यान दे नाल गिनती करो। 1 2 8 बच्चे याद रखना है ये कुल 7 देश ने जिन्हां दी बॉर्डर जिहड़ा है साडे देश दे नाल लगदा है। ये आपां हुण इन्हां दे बिल्कुल सामने जिहड़ा है साडे ये लिस्ट आ रही है। तो लिस्ट दे विच आपां देखदे हां किहड़े किहड़े हैगे ने। देखो लिस्ट साडे सामने आ गई है। वो देश जिन्हां दी सीमा भारत दे नाल लगदी है किहड़े ने? एक पाकिस्तान है, ठीक है, अफगानिस्तान दी सीमा लगदी है ऊपर तो। इस तो बाद चीन है, नेपाल है, भूटान, म्यांमार और बांग्लादेश।
क्योंकि ਆਪਾਂ ਨੀਚੇ ਜਿਹੜਾ ਸ਼੍ਰੀਲੰਕਾ ਹੈ ਇਹ ਆਪਾਂ ਦੇਖਦੇ ਹਾਂ ਕਿ ਇਹਦੀ ਸੀਮਾ ਜਿਹੜੀ ਹੈ ਸਾਡੇ ਇੰਡੀਆ ਦੇ ਨਾਲ ਜਿਹੜੀ ਨਹੀਂ ਲੱਗਦੀ। ਇਸ ਤਰ੍ਹਾਂ ਬੱਚੇ ਮੇਰੇ ਖਿਆਲ ਸਾਰਿਆਂ ਨੂੰ ਪਤਾ ਲੱਗ ਗਿਆ ਹੋਵੇਗਾ ਕਿ ਕਿੰਨੇ ਦੇਸ਼ ਨੇ ਜਿਨ੍ਹਾਂ ਦਾ ਬਾਰਡਰ ਲੱਗਦਾ ਹੈ ਸਾਡੇ ਦੇਸ਼ ਨਾਲ। 7 ਸਰ ਜੀ 7 ਨੇ ਜਿਨ੍ਹਾਂ ਦਾ ਸੀਮਾ ਜਿਹੜੀ ਸਾਡੇ ਦੇਸ਼ ਦੇ ਨਾਲ ਲੱਗਦੀ ਹੈ। तो ਬੱਚੇ ਇਹ ਜਿਹੜੀ ਨਕਸ਼ਾ ਹੈ ਇਹ ਭਾਰਤ ਦੇ ਗਵਾਂਢੀ ਮੁਲਕਾਂ ਦਾ ਜਿਹੜਾ ਹੈ ਉਹਦੇ ਬਾਰੇ ਆਪਾਂ ਜਾਣਕਾਰੀ ਪ੍ਰਾਪਤ ਕੀਤੀ ਹੈ। ਉਹ ਜਿਸ ਤਰ੍ਹਾਂ ਸਾਨੂੰ ਹਰ ਇੱਕ ਖੇਤਰ ਦੇ ਵਿੱਚ ਕਿਹੜਾ ਕਿਹੜਾ ਦੇਸ਼ ਹੈ ਉਹਦੇ ਬਾਰੇ ਪਤਾ ਆ, ਇਸੇ ਤਰ੍ਹਾਂ ਹੀ ਸਾਨੂੰ ਆਪਣੇ ਦੇਸ਼ ਦੇ ਅੰਦਰ ਵੀ ਜਿਹੜੇ ਰਾਜ ਹੈਗੇ ਨੇ ਉਹਨਾਂ ਬਾਰੇ ਵੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਜਿੰਨੀ ਦੇਰ ਤੱਕ ਸਾਨੂੰ ਇਹਨਾਂ ਰਾਜਾਂ ਦੀ ਜਾਣਕਾਰੀ ਨਹੀਂ ਹੋਵੇਗੀ ਉਨੀ ਦੇਰ ਤੱਕ ਸਾਨੂੰ ਨਕਸ਼ਾ ਭਰਨਾ ਜਿਹੜਾ ਨਹੀਂ ਆ ਸਕਦਾ। ਤੋਂ ਰਾਜਾਂ ਦੇ ਨਾਲ ਜਿਹੜਾ ਨਕਸ਼ਾ ਬਣ ਕੇ ਆਉਂਦਾ ਹੈ, ਇਹ ਜਿਹੜਾ ਤੁਸੀਂ ਸਾਹਮਣੇ ਨਕਸ਼ਾ ਹੁਣ ਬੇਟੇ ਦੇਖ ਰਹੇ ਹੋ, ਇਹ ਸਾਰੇ ਨਕਸ਼ੇ ਦੇ ਵਿੱਚ ਦੇਖੋ ਰਾਜ ਭਰੇ ਹੋਏ ਨੇ। ਇਹ ਪੰਜਾਬ ਹੈ, ਇਹ ਹਰਿਆਣਾ ਆ, ਉੱਤਰ ਪ੍ਰਦੇਸ਼, ਬਿਹਾਰ ਔਰ ਇਹ ਪੱਛਮੀ ਬੰਗਾਲ। ਆਪਾਂ ਸਾਰੇ ਹੀ ਜਿੰਨੇ ਵੀ ਦੇਖ ਰਹੇ ਹਾਂ ਸਾਰੇ ਰਾਜ ਜਿਹੜੇ ਨੇ ਬਣੇ ਹੋਏ। ਅਗਰ ਇਹ ਰਾਜ ਨਾ ਬਣੇ ਹੋਣ ਤਾਂ ਉਸ ਨਕਸ਼ੇ ਨੂੰ ਅਸੀਂ ਫਿਜ਼ੀਕਲ ਮੈਪ ਜਾਂ ਭੌਤਿਕ ਨਕਸ਼ਾ ਆਖ ਦਿੰਦੇ ਹਾਂ। ਤੋ ਇਹ ਭਾਰਤ ਦੇ ਨਕਸ਼ੇ ਦੇ ਵਿੱਚ ਸਾਰੇ ਹੀ ਉਹਨਾਂ ਰਾਜਾਂ ਦਾ ਨਾਮ ਜਿਹੜਾ ਹੈ ਦਿੱਤਾ ਗਿਆ ਹੈ ਔਰ ਇਹਦੀ ਵੀ ਅਸੀਂ ਪ੍ਰੈਕਟਿਸ ਜਿਹੜੀ ਹੈ ਇੱਕ ਵਾਰੀ ਜ਼ਰੂਰ ਕਰਨੀ ਹੈ। ਹੁਣ ਅਸੀਂ ਕੀ ਕਰਨਾ ਹੈ ਕਿ ਇੱਕ ਵਾਰੀ ਇਹ ਨਕਸ਼ਾ ਸਾਰੇ ਦੇਖ ਰਹੇ ਹਾਂ ਔਰ ਰਾਜਾਂ ਦੇ ਨਾਮ ਵੀ ਲਿਖੇ ਹੋਏ ਨੇ, ਚੰਗੀ ਤਰ੍ਹਾਂ ਇਹਨਾਂ ਨੂੰ ਦੇਖ ਲਓ। ਇਸ ਤੋਂ ਬਾਅਦ ਆਪਾਂ ਪਿਛਲੀ ਜਿਹੜੀ ਹੈ ਸਕਰੀਨ ਤੇ ਲੈ ਜਾਵਾਂਗੇ ਔਰ ਉੱਥੇ ਆਪਾਂ ਕਰਸਰ ਜਿੱਥੇ ਮੈਂ ਰੱਖਾਂਗਾ ਉੱਥੇ ਤੁਸੀਂ ਦੱਸਣਾ ਹੈ ਕਿ ਉਹ ਕਿਹੜਾ ਰਾਜ ਪੈਂਦਾ ਹੈ। ਹਾਂਜੀ ਸਰ, ਇਹ ਤੁਸੀਂ ਚੰਗੀ ਤਰ੍ਹਾਂ ਦੇਖ ਲਓ ਪਹਿਲਾਂ। ਹਾਂਜੀ, ਇਹ ਕਿਹੜਾ ਰਾਜ ਹੈ? महाराष्ट्र। बिल्कुल महाराष्ट्र पै रहा है, बिल्कुल ठीक है महाराष्ट्र। फिर पीछे नु चलिए, दसना है कि एक केड़ा राज है? झारखंड। बिल्कुल ठीक है, देखो झारखंड है, शाबाश, वेरी गुड। हुण दसना है एक केड़ा राज है? राजस्थान। देखिए केड़ा है? राजस्थान है जी, राजस्थान। हाँ बिल्कुल बिल्कुल, शाबाश, वेरी गुड, राजस्थान सर, राजस्थान। हुण तुसी बच्चे दसना है ये केड़ा राज है? पंजाब। जम्मू कश्मीर। सारे हिमाचल प्रदेश। केंद्र शासित प्रदेश। राज्य केंद्र शासित प्रदेश है। जम्मू और कश्मीर। हाँ जी बिल्कुल, जम्मू और केंद्र शासित क्षेत्र है। ये है जम्मू ते कश्मीर और ये उपरला हिस्सा जिहड़ा है वो लद्दाख है। तो इस तरह तुसीं देखिया कि ये सारे ही जिन्ने भी राज ने इन्हां दी जानकारी सानू बच्चे होनी बहुत जरूरी है। जिस तरह आपां नक्शा देख रहे हैं, ये जिन्ने भी बच्चे इस दे विच ज्वाइन कीते ने सारियां नू ये राजां दी जानकारी होनी जिहड़ी है बहुत जरूरी है। तो इन्हां राजां नू तुसीं जिहड़ा है एक बारी दोहराई कर लेनी है और नक्शा देखने जी है ये आदत पानी है, कोशिश करनी है नक्शा देखने की बार बार। तो अगे आप चलीए, ये सेम उस तरह ही बटे नक्शा नज़र आ रहा सानू जिहदे विच स्टेट्स बनिया हुई ने, लेकिन हुण ये जिहड़ा नक्शा साडे सामने आएगा ये होएगा भौतिक नक्शा। जिवें कि पहला मैं गल कीती है कि भौतिक नक्शे दे विच स्टेट्स नहीं बनिया हुंदियां, तो ये जो नक्शा हुण नज़र आ रहा है, देखो सानू कुछ नहीं पता कि कित्थों शुरू हुंदा है कित्थे खत्म हुंदा है, लेकिन इस दे बावजूद भी
अगर असी राजां दे बारे पूरी जानकारी रखते हाँ तो ये सारा नक्शा जिहड़ा सानू याद होएगा। तो इस नक्शे नू जिहड़ी है दिमाग दे विच तां ही रखिया जा सकता जे ते सानू राजां दे बारे पता होवे। तो इहदे विच भी आपां जिहड़ी एक बारी कोशिश करांगे देखण दी। हुण देखो सारे राज जिहड़े ने बन के साडे सामने आ गए ने। ਇਹਦੇ ਵਿੱਚ ਅਸੀਂ ਦੱਸ ਸਕਦੇ ਹਾਂ ਕਿ ਕਿਹੜਾ ਰਾਜ ਜਿਹੜਾ ਹੈ ਉਹ ਕਿੱਥੇ ਕਿੱਥੇ। ਇੱਥੇ ਕਿਹੜਾ ਰਾਜ ਹੈ? लद्दाख। ਸਹੀ ਹੈ। ਜਦੋਂ ਇਹਨੂੰ ਹਟਾ ਦਿੰਦੇ ਆ ਤੇ ਉਸ ਵੇਲੇ ਸਾਨੂੰ ਪਤਾ ਨਹੀਂ ਲੱਗਦਾ। ਅਸੀਂ ਵੈਸੇ ਹੀ ਅਸੀਂ ਉਂਗਲੀ ਰੱਖ ਦਈਏ ਤਾਂ ਸਾਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਕਿ ਕਿਹੜਾ ਰਾਜ ਜਿਹੜਾ ਕਿੱਥੇ ਆਉਂਦਾ ਹੈ। ਹੁਣ ਅਸੀਂ ਅਗਰ ਦੇਖੀਏ ਤੇ ਇੱਥੇ ਕਿਹੜਾ ਰਾਜ ਹੈ? मणिपुर। देखो तुसी कोहिमा। तो ये ਜਿਹੜਾ ਹੈ ਦੇਖਾ ਪੈ ਜਾਂਦਾ ਹੈ ਇਹਦੇ ਨਾਲ। तो ਇਹ ਇਥੋਂ ਇਹ ਸਾਬਿਤ ਹੁੰਦਾ ਹੈ ਕਿ ਸਾਨੂੰ ਜਿਹੜੀ ਰਾਜਾਂ ਦੀ ਜਿੰਨੀ ਦੇਰ ਤੱਕ ਪਤਾ ਨਹੀਂ ਹੈ ਉਨੀ ਦੇਰ ਤੱਕ ਅਸੀਂ ਭੌਤਿਕ ਨਕਸ਼ਾ ਬੇਟੇ ਨਹੀਂ ਕਰ ਸਕਦੇ। तो ਭੌਤਿਕ ਨਕਸ਼ਾ ਜਿਹੜਾ ਹੈ ਉਹਨੂੰ ਕਰਨ ਦੇ ਵਾਸਤੇ ਸਭ ਤੋਂ ਪਹਿਲਾਂ ਰਾਜਾਂ ਦੀ ਜਾਣਕਾਰੀ ਜਿਹੜੀ ਹੈ ਬੜੀ ਬਹੁਤ ਜ਼ਰੂਰੀ ਹੈ। तो ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇਹ ਜੋ ਨਕਸ਼ਾ ਸਾਡੇ ਸਾਹਮਣੇ ਨਜ਼ਰ ਆ ਰਿਹਾ ਹੈ ਇਹਦੇ ਵਿੱਚ ਇਹ ਵਾਲਾ ਖੇਤਰ ਜੋ ਹੈ ਇਸ ਤਰ੍ਹਾਂ ਬਣਿਆ ਹੋਇਆ ਹੈ। ਇਹ ਸਾਰਾ ਹੀ ਬੇਟੇ ਪਹਾੜੀ ਖੇਤਰ ਹੈ ਔਰ ਜਿੱਥੇ ਹਰਾ ਰੰਗ ਸਾਨੂੰ ਨਜ਼ਰ ਆ ਰਿਹਾ ਹੈ ਇਹ ਸਾਰਾ ਮੈਦਾਨੀ ਖੇਤਰ ਹੈ। तो ਇਹ ਤਾਂ ਹੀ ਸਾਨੂੰ ਪਤਾ ਲੱਗਦਾ ਹੈ ਕਿ ਕਿਹੜੇ ਕਿਹੜੇ ਰਾਜ ਦੇ ਵਿੱਚ ਮੈਦਾਨੀ ਖੇਤਰ ਹੈ, ਕਿਹੜੇ ਕਿਹੜੇ ਰਾਜ ਦੇ ਵਿੱਚ ਪਹਾੜੀ ਖੇਤਰ ਹੈ ਔਰ ਕਿਹੜੇ ਕਿਹੜੇ ਰਾਜਾਂ ਦੇ ਵਿੱਚ ਤੱਟ ਜਿਹੜਾ ਹੈ ਰੇਖਾ ਲੰਘਦੀ ਹੈ। ਅਗਰ ਸਾਨੂੰ ਰਾਜਾਂ ਦੇ ਬਾਰੇ ਜਾਣਕਾਰੀ ਹੈ ਤਾਂ ਅੱਗੇ ਚੱਲਦੇ ਆਪਾਂ। ਇਹ ਸਾਡਾ ਭੌਤਿਕ ਨਕਸ਼ਾ ਜਿਹੜਾ ਕਿ ਤੁਸੀਂ ਹੁਣ ਦੇਖ ਰਹੇ ਹੋ। ਹੁਣ ਇਸ ਨਕਸ਼ੇ ਦੇ ਵਿੱਚ ਇਹ ਜਿਹੜਾ ਖੇਤਰ ਹੈ ਇਹ ਵਾਲਾ, ਜਿਸ ਤਰ੍ਹਾਂ ਮੈਂ ਹੁਣੇ ਤੁਹਾਡੇ ਨਾਲ ਗੱਲ ਕੀਤੀ ਕਿ ਪਹਾੜੀ ਖੇਤਰ ਹੈ ਸਾਰੇ। तो पहाड़ी खेत्र ਦੇ ਵਿੱਚ ਸਾਨੂੰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਯਾਦ ਰੱਖਣ ਵਾਲੀਆਂ ਨੇ। ਉਹ ਕਿਹੜੀਆਂ ਕਿਹੜੀਆਂ ਹੈਗੀਆਂ ਨੇ ਉਹ ਆਪਾਂ ਦੇਖਦੇ ਹਾਂ ਹੁਣ। ਇਹਦੇ ਵਿੱਚ ਜਦੋਂ ਆਪਾਂ ਨੀਚੇ ਤੋਂ ਲੈਂਦੇ ਆ ਇਸ ਨਕਸ਼ੇ ਨੂੰ ਤਾਂ ਇਸ ਜਗ੍ਹਾ ਤੇ ਜਿੱਥੇ ਕਿ ਇਹ ਹੱਥ ਜਿਹੜਾ ਨਜ਼ਰ ਆ ਰਿਹਾ ਹੈ ਇੱਥੇ ਡੋਡਾ ਬੇਟਾ ਨਾਮ ਦੀ ਇੱਕ ਪਹਾੜੀਆਂ ਨੇ। ਇਹ ਤੁਹਾਡੇ ਨਕਸ਼ੇ ਦੇ ਵਿੱਚ ਭਰਨ ਲਈ ਆਉਂਦੀਆਂ ਹੁੰਦੀਆਂ ਨੇ। ਇਸੇ ਤਰ੍ਹਾਂ ਹੀ ਇਹਨਾਂ ਦੇ ਨਾਲ ਇੱਥੇ ਨਾਮ ਨਹੀਂ ਲਿਖਿਆ ਅਨਾਮਲਾਈ ਦੀਆਂ ਪਹਾੜੀਆਂ ਨੇ ਜਾਂ ਅਨਾਮੋਦੀ ਦੀਆਂ ਪਹਾੜੀਆਂ ਜਿਹੜੀਆਂ ਨੇ ਵੀ ਭਰਨ ਦੇ ਵਾਸਤੇ ਆਉਂਦੀਆਂ ਨੇ। तो बेटे नक्शे ਦੇ ਵਿੱਚ ਤੁਸੀਂ ਇਹ ਯਾਦ ਰੱਖਣਾ ਹੈ ਡੋਡਾ ਬੇਟਾ, ਅਨਾਮੋਦੀ ਜਾਂ ਅਨਾਮਲਾਈ ਜਦੋਂ ਵੀ ਭਰਨ ਦੇ ਵਾਸਤੇ ਆ ਜਾਣ ਤਾਂ ਇਹ ਕੇਰਲ ਹੈ, ਇੱਧਰ ਤਮਿਲਨਾਡੂ ਹੈ, ਇਹਨਾਂ ਦਾ ਜਿਹੜਾ ਬਾਰਡਰ ਹੈ ਇਸ ਥਾਂ ਤੇ ਇਹ ਪਹਾੜੀਆਂ ਜਿਹੜੀਆਂ ਨੇ ਆਉਂਦੀਆਂ। ਇਸ ਤੋਂ ਬਾਅਦ ਆਪਾਂ ਅੱਗੇ ਚੱਲੀਏ ਬਿਲਕੁਲ ਵਿਚਕਾਰ ਤਾਂ ਇਸ ਥਾਂ ਤੇ ਇਹ ਸਤਪੁੜਾ ਦੀ ਰੇਂਜ ਹੈ। ਇਹ ਸਤਪੁੜਾ ਦੀਆਂ ਪਹਾੜੀਆਂ ਨੇ ਔਰ ਇਹਦੇ ਨਾਲ ਹੀ ਉੱਪਰਲੀ ਜਿਹੜੀ ਰੇਂਜ ਹੈ ਇਹ ਵਿੰਧਿਆਚਲ ਰੇਂਜ ਹੈ, ਵਿੰਧਿਆਚਲ ਦੀਆਂ ਪਹਾੜੀਆਂ। ਔਰ ਇਹਦੇ ਨਾਲ ਸੱਜੇ ਪਾਸੇ ਨੂੰ ਇਹ ਛੋਟਾ ਨਾਗਪੁਰ ਦਾ ਪਠਾਰ ਪੈਂਦਾ ਹੈ ਕਿਉਂਕਿ ਨੀਚੇ ਵਾਲਾ ਜਿੰਨਾ ਵੀ ਹਿੱਸਾ ਹੈ ਇਹ ਤੁਸੀਂ ਪੜਿਆ ਹੋਣਾ ਹੈ ਕਿ ਸਾਰਾ ਪਠਾਰੀ ਖੇਤਰ ਹੈ। ਔਰ ਪਹਾੜੀਆਂ ਹੋਰ ਕਿਹੜੀਆਂ ਨੇ? ਇਸ ਤੋਂ ਬਾਅਦ ਇਹ ਰਾਜਸਥਾਨ ਦੇ ਵਿੱਚ ਜਿਹੜਾ ਇੱਕ ਪੈਂਦਾ ਹੈ ਗੁਰੂ ਸ਼ਿਖਰ, ਇਹ ਗੁਰੂ ਸ਼ਿਖਰ ਹੈ। ਔਰ ਨੇਪਾਲ ਦੀ ਜਦੋਂ ਸੀਮਾ ਆਪਾਂ ਦੇਖਦੇ ਹਾਂ ਤਾਂ ਨੇਪਾਲ ਦੇ ਨਕਸ਼ੇ ਦੇ ਸੱਜੇ ਪਾਸੇ ਦੇਖੀਏ ਤਾਂ ਇਹ ਔਰ ਉਹਦੇ ਸੱਜੇ ਪਾਸੇ ਜੋ ਹੈ ਨੇਪਾਲ ਦੇ ਸੱਜੇ ਪਾਸੇ ਉੱਥੇ ਕੰਚਨਜੰਗਾ ਹੈ। ਇਹ ਪਹਾੜੀਆਂ ਜਿਹੜੀਆਂ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ ਇਹਨਾਂ ਨੂੰ ਆਪਾਂ ਯਾਦ ਰੱਖਣਾ ਹੈ। तो ਮੈਂ ਇੱਕ ਵਾਰੀ ਫੇਰ ਦੁਹਰਾ ਦੇਵਾਂਗਾ ਜਿਹੜੀਆਂ ਮੇਨ ਜਿਹੜੀਆਂ ਹੈਗੀਆਂ ਨੇ ਯਾਦ ਰੱਖਣ ਵਾਲੀਆਂ। ਸਭ ਤੋਂ ਪਹਿਲਾਂ ਡੋਡਾ ਬੇਟਾ, ਅਨਾਮੋਦੀ ਔਰ ਅਨਾਮਲਾਈ ਉਹ ਇਸ ਥਾਂ ਤੇ ਆਣੀਆਂ ਨੇ। ਇਸ ਤੋਂ ਬਾਅਦ ਸਤਪੁੜਾ ਰੇਂਜ ਆਏਗੀ, ਵਿੰਧਿਆਚਲ ਰੇਂਜ ਆਏਗੀ ਔਰ ਛੋਟਾ ਨਾਗਪੁਰ ਆਏਗਾ। ਇਹ ਭਾਰਤ ਦੇ ਬਿਲਕੁਲ ਮੱਧ ਦੇ ਵਿੱਚ ਪੈਂਦਾ ਹੈ। ਸੱਜੇ ਪਾਸੇ ਜੋ ਹੈ ਇਹ ਛੋਟਾ ਨਾਗਪੁਰ ਹੈ ਔਰ
ਭਾਰਤ ਦੇ ਬਿਲਕੁਲ ਵਿਚਕਾਰੋਂ ਜਿਹੜੀਆਂ ਦੋ ਰੇਂਜ ਨਿਕਲਦੀਆਂ ਵਿੰਧਿਆਚਲ ਔਰ ਸਤਪੁੜਾ ਦੀ ਰੇਂਜ, ਔਰ ਇਹਨਾਂ ਦੇ ਉੱਪਰ ਹੀ ਜਿੱਥੇ ਰਾਜਸਥਾਨ ਹੈ, ਰਾਜਸਥਾਨ ਦੇ ਵਿੱਚ ਜਿਹੜੀ ਪਹਾੜੀਆਂ ਪਾਈਆਂ ਜਾਂਦੀਆਂ ਨੇ ਉਹਨਾਂ ਵਿੱਚੋਂ ਸਭ ਤੋਂ ਉੱਚੀ ਪਹਾੜੀ ਜਿਹੜੀ ਹੈ ਚੋਟੀ ਆ ਉਹ। ਔਰ ਇਸ ਦੇ ਬਾਅਦ ਨੇਪਾਲ ਦੇ ਮੈਂ ਤੁਹਾਨੂੰ ਦੱਸਿਆ, ਨੇਪਾਲ ਦੇ ਖੱਬੇ ਪਾਸੇ ਤੁਸੀਂ ਦੇਖੋਗੇ ਤਾਂ ਉੱਥੇ ਨੰਦਾ ਦੇਵੀ ਹੈ ਔਰ ਸੱਜੇ ਪਾਸੇ ਜੋ ਹੈ ਇਹ ਕੰਚਨਜੰਗਾ ਹੈ। ਇਹਨਾਂ ਪਹਾੜੀਆਂ ਨੂੰ ਤੁਸੀਂ ਯਾਦ ਰੱਖਣਾ ਹੈ। ਇਸ ਤੋਂ ਇਲਾਵਾ ਅਸੀਂ ਬਹੁਤ ਹੀ ਡਿਟੇਲ 'ਚ ਹਲੇ ਨਹੀਂ ਜਾਵਾਂਗੇ ਕਿਉਂਕਿ ਸਾਡਾ ਅੱਜ ਪਹਿਲਾ ਇਹ ਪੀਰੀਅਡ ਹੈ ਜਾਂ ਕਹਿ ਲਓ ਕਿ ਪਹਿਲੀ ਕਲਾਸ ਹੈ, ਔਰ ਜਿੰਨਾ ਕੁ ਅਸੀਂ ਥੋੜਾ ਥੋੜਾ ਕਰਕੇ ਚੱਲਾਂਗੇ ਉਹਨੂੰ ਅਸੀਂ ਧਿਆਨ ਦੇ ਵਿੱਚ ਰੱਖਣਾ ਹੈ। ਤੋ ਇਸ ਤੋਂ ਬਾਅਦ ਇਹ ਸਾਡੇ ਕੋਲ ਬਿਲਕੁਲ ਖਾਲੀ ਨਕਸ਼ਾ ਜਿਹੜਾ ਸਾਡੇ ਸਾਹਮਣੇ ਆਇਆ ਹੈ, ਇਹਨੂੰ ਅਸੀਂ ਭੌਤਿਕ ਨਕਸ਼ਾ ਆਖਦੇ ਹਾਂ ਕਿਉਂਕਿ ਇਹਦੇ ਵਿੱਚ ਹੁਣ ਦੇਖੋ ਕੁਝ ਵੀ ਬਣਿਆ ਨਹੀਂ ਹੋਇਆ। ਹੁਣ ਜਦੋਂ ਆਪਾਂ ਇਸ ਨਕਸ਼ੇ ਨੂੰ ਦੇਖਦੇ ਹਾਂ ਤਾਂ ਇਸ ਨਕਸ਼ੇ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਤੇ ਇਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਸਾਡੇ ਜ਼ਿਹਨ ਦੇ ਵਿੱਚ ਆਉਂਦੀਆਂ ਨੇ ਕਿ ਪਹਿਲਾਂ ਆਪਾਂ ਦੇਖਿਆ ਕਿ ਪਹਾੜੀ ਖੇਤਰ ਸੀ ਉੱਪਰਲਾ, ਔਰ ਪਹਾੜਾਂ ਦੇ ਨੀਚੇ ਜਿਹੜਾ ਹੈ ਇਹ ਮੈਦਾਨੀ ਖੇਤਰ ਹੈ। ਇਹ ਵਾਲਾ ਇਹ ਜਿਹੜਾ ਸਾਰਾ ਹੈ ਮੈਦਾਨੀ ਖੇਤਰ ਹੈ, ਔਰ ਮੈਦਾਨੀ ਖੇਤਰ ਦੇ ਵਿੱਚ ਕੋਈ ਦੱਸ ਸਕਦਾ ਹੈ ਕਿ ਕਿਹੜੇ ਕਿਹੜੇ ਇੱਥੇ ਰਾਜ ਪੈਂਦੇ ਨੇ? ਸਰ ਪੰਜਾਬ ਪੰਜਾਬ ਹੈ, ਇਸ ਵਕਤ ਕੀ ਹੈ ਸਰ ਪੰਜਾਬ, ਰਾਜਸਥਾਨ ਹੈ, ਪੰਜਾਬ ਹੈ, ਪੰਜਾਬ, ਹਿਮਾਚਲ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਇੱਥੇ ਪੱਛਮੀ ਬੰਗਾਲ। तो ये सारा ही ਜਿਹੜਾ ਖੇਤਰ ਹੈ ਇਹ ਮੈਦਾਨੀ ਖੇਤਰ ਹੈ, ਜਦਕਿ ਇਹਦੇ ਉੱਪਰਲਾ ਜਿਹੜਾ ਖੇਤਰ ਹੈ ਇਹ ਵਾਲਾ ਇਹ ਸਾਰਾ ਹੀ ਪਹਾੜੀ ਖੇਤਰ ਹੈ ਜਿਹਨੂੰ ਆਪਾਂ ਪਰਬਤੀ ਖੇਤਰ ਵੀ ਕਹਿੰਦੇ ਹਾਂ। ਤਾਂ ਬੇਟੇ ਜਦੋਂ ਤੁਹਾਨੂੰ ਪੜ੍ਹਨ ਦੇ ਵਾਸਤੇ ਆਏਗਾ ਪਰਬਤੀ ਖੇਤਰ ਤਾਂ ਇਹ ਸਾਰਾ ਪਰਬਤੀ ਖੇਤਰ ਭਰਨਾ ਹੈ, ਔਰ ਜਦੋਂ ਬਨਸਪਤੀ ਆ ਜਾਏ ਕਿ ਪਰਬਤੀ ਬਨਸਪਤੀ ਤਾਂ ਉਸ ਵੇਲੇ ਵੀ ਇਹ ਸਾਰਾ ਖੇਤਰ ਜਿਹੜਾ ਉੱਪਰਲਾ ਭਰ ਦੇਣਾ ਹੈ। ਜਦੋਂ ਮੈਦਾਨੀ ਖੇਤਰ ਆਵੇ ਤਾਂ ਮੈਦਾਨੀ ਖੇਤਰ ਦੇ ਵਿੱਚ ਇਹ ਵਾਲਾ ਖੇਤਰ ਜਿਹੜਾ ਨੀਚੇ ਵਾਲਾ ਭਰ ਦੇਣਾ ਹੈ। तो इस तरह ਆਪਾਂ ਦੇਖਦੇ ਹਾਂ ਕਿ ਸਾਨੂੰ ਜਿਹੜਾ ਹੈ ਨਕਸ਼ਾ ਤਾਂ ਹੀ ਪਤਾ ਲੱਗੇਗਾ ਜੇ ਤੇ ਸਾਨੂੰ ਇਹਦੇ ਨਾਲ ਜਿਹੜਾ ਹੈ ਸਟੇਟਸ ਜਿਹੜੀਆਂ ਨੇ ਉਹ ਸਾਨੂੰ ਆਉਂਦੀਆਂ। तो इस तो बाद चलिए कुछ नदियां ने ਜਿਹੜੀਆਂ ਕਿ ਸਾਡੇ ਸਾਹਮਣੇ ਦਿੱਤੀਆਂ ਹੋਈਆਂ ਨੇ। ਇਹਨਾਂ ਦੇ ਵਿੱਚ ਜਿਹੜੀਆਂ ਮੁੱਖ ਨਦੀਆਂ ਦੇ ਨਾਮ ਯਾਦ ਰੱਖਣ ਦੇ ਤੌਰ ਤੇ ਆਉਂਦੇ ਨੇ ਉਹ ਹੈਗੀਆਂ ਨੇ ਇਧਰ ਬ੍ਰਹਮਪੁੱਤਰ ਹੈ ਜਿਹੜੀ ਕਿ ਅਰੁਣਾਚਲ ਪ੍ਰਦੇਸ਼ ਤੋਂ ਆ ਕੇ ਪੱਛਮੀ ਬੰਗਾਲ ਦੇ ਨਾਲ ਹੋ ਕੇ ਤਾਂ ਬੰਗਾਲ ਦੀ ਖਾੜੀ ਵਿੱਚ ਡਿੱਗ ਜਾਂਦੀ ਹੈ। और इस तरह इधरों गंगा है और यमुना है, ये पूर्व वाले पासे ने जांदियां होइयां बांग्लादेश दे विच जाके ब्रह्मपुत्र नाल मिल के तां बंगाल दी खाड़ी विच डिग जांदी है। और ये दोनों नदियां बंगाल दी खाड़ी विच डिगन तो पहले इत्थे एक बहुत वड्डे डेल्टे दा निर्माण करदियां ने जिन्हों असीं सुंदरवन डेल्टा भी आखदे हां। तो ये हैगियां ने मुख उत्तरी भारत दीयां मेन दो नदियां गंगा यमुना और तीसरी है जिहड़ी कि पूर्व विच पैंदी है इको एक नदी पूर्व दे विच बहुत विशाल नदी है ब्रह्मपुत्र। और दक्षिण दे विच जिहड़ियां नदियां ने महानदी है गोदावरी कृष्णा और कावेरी। और जिन्नियां भी नदियां ने बेटे दक्षिण दियां जां उत्तर दियां जिहड़ियां आपां देख रहे हैं पूर्वी उत्तर वाले पासे नूं ये सारियां ही बंगाल दी खाड़ी विच डिगदियां ने। सिर्फ दो नदियां भारत दीयां जिहड़ियां कि अरब सागर दे विच डिगदियां वो हैगियां नर्मदा ते ताप्ती। तो ये नदियां दे बारे भी आपां जिहड़ा है याद रखना है। हुण देखो खाली नक्शा है तां खाली नक्शे दे विच मैं सिर्फ निशान लगावांगा, तुसीं उत्थे मैनूं दसना है कि इत्थे किहड़ी नदी है। की मैनूं दस सकदा इत्थे कोई बच्चा कि इधर किहड़ी नदी जांदी है? ब्रह्मपुत्र। बिल्कुल सही है। आ देखो ब्रह्मपुत्र नदी जिहड़ी इधर नूं बिल्कुल ठीक है। हाँ जी, कोई बच्चा दस सकदा इत्थे किहड़ी नदी सीगी? महानदी। ठीक है, आ देखो बिल्कुल सही है। हाँ जी, हुण बच्चे
कोई दस सकता है इस थां ते केड़ी नदी है, इस थां ते जेहड़ी जा रही है? जी गंगा जी गंगा नदी। ਇੱਥੇ बेटे ध्यान रखना, ਇੱਥੇ दो नदियां ने, आ देखो गंगा ते यमुना। गंगा ਜਿਹੜੀ है उत्तर वाले पासे ਨੂੰ है और यमुना ਜਿਹੜੀ ਉਹਦੇ नीचे जा रही है, नाल नाल जा रही ने और इलाहाबाद ਦੇ ਵਿੱਚ ਜਾ ਕੇ ਆਪਸ ਚ ਮਿਲ ਜਾਂਦੀਆਂ ਨੇ। तो इस तो इलावा इधर दो नदियां ਕਿਹੜੀਆਂ ਨੇ? बिल्कुल सही है। आ देखो ऊपर नर्मदा है और नीचे ताप्ती है, और इस नर्मदा और ताप्ती के नीचे एक नदी इस साइड से जा रही है, इत्थे नूं गोदावरी नदी। बिल्कुल ठीक है, गोदावरी नदी है। और एक नीचे दी है, इत्थे जेड़ा नक जिहा बनया बिल्कुल ठीक है, कावेरी है। और तुसी दसो मैनू, इत्थे गोदावरी बोलिया, इत्थे कावेरी बोलिया, इहदे विचकार एक नदी है कृष्णा नदी। कृष्णा नदी सही है, एक कृष्णा नदी जिहड़ी जा रही है। बच्चे इत्थों पता लगता है कि बहुत सारे बच्चों ने जिहड़ी है ऑलरेडी काफ़ी नक्शे की तैयारी की हुई है, और डिटेल दे विच असीं एक एक करके करांगे। अज जिहड़ियां ने असीं कुछ एक चीज़ां देखियां ने, और इन्हां नूं तुसीं जिहड़ा है प्रैक्टिस करनी है होर भी, और अपने टीचर नूं जिहड़ा है उन्हां दी हैल्प दे नाल ये नक्शे जिहड़े ने भर के तुसीं देखने ने, और उन्हां दी जिहड़ी है पूरी जिहड़ी हैल्प लै सकदे अगर किते नहीं पता लगदा तां। तो इस तो अगे आपां चलीए। यह थार डेजर्ट और इहदे नाल अरावली, ये जिहड़ा कि आपां फिजिकल नक्शे दे विच भरिया सीगा। तो ये जिन्नियां भी चीज़ां बेटे अज आपां कीतियां ने, इन्हां नूं तुसीं सारिआं नूं याद रखना है, और अपने टीचर नूं जिहड़ा है ये नक्शा जिहड़ा उहदी प्रैक्टिस करके दसनी है। तो अज दा बस असीं इन्ना ही कीता है, और बहुत बहुत सारे बच्चों का धन्नवाद। इस दे नाल ही असीं जिहड़ी है अज दी क्लास की समाप्ति करते हाँ। अगर किसी तरह की कोई मुश्किल है या कोई तुहाडा प्रश्न है तो उसनूं जरूर जिहड़ा है पहुँचा देना। अगर कोई तुहाडा सवाल है तो पूछ सकते हैं। तो अदरवाइज असीं इस क्लास नूं जिहड़ा है इत्थे हुण समाप्ति करते हैं। तो तुहानूं ये क्लास किदां दी लगी? क्योंकि अज पहला दिन सी, अज असीं मुੱਢਲੀਆਂ गल्लां कीतियां ने, ਉਹਦੀ डिटेल ਦੇ ਵਿੱਚ नहीं कीता। तो ਇਹਦੇ ਵਿੱਚ ਇਹ ਸੀਗਾ कि ਤੁਹਾਨੂੰ दो तीन चीज़ां ਜਿਹੜੀਆਂ ਨੇ ਉਹ ਜ਼ਰੂਰ पता ਹੋਣ, ਇਹਦੇ ਨਾਲ ਇੱਕ ਦੁਹਰਾਈ ਹੋ ਜਾਂਦੀ ਹੈ, और बहुत सारियां चीज़ां ਜਿਹੜੀਆਂ ਨੇ ਹੋਰ ਨਵੀਆਂ ਜਿਹੜੀਆਂ ਨੇ ਆਪਾਂ ਅੱਗੇ ਜਾ ਕੇ ਕਰਦੇ ਰਵਾਂਗੇ। तो थैंक यू वेरी मच all the students. Now I am going to end the class. So thank you sir.